ਸਤਨਾਮ ਵਾਹਿਗੁਰੂ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹਿਲਾ ਪੰਜਵਾ ਗੁਣਵੰਤੀ, ਜੋ ਦੀਸੈ ਗੁਰ ਸਿੱਖੜਾ, ਤਿਸ ਨਿਮ ਨਿਮ ਲਾਗੋਂ ਪਾਏ ਜਿਉ। ਆਖਾਂ ਬਿਰਥਾ ਜੀ ਕੀ, ਗੁਰ ਸੱਜਣ ਦੇ ਮਿਲਾਏ ਜਿਉ। ਸੋਈ ਦਸ ਉਪਦੇਸੜਾ, ਮੇਰਾ ਮਨ ਅਨੰਤ ਨਾ ਕਾਹੂੰ ਜਾਏ ਜਿਉ। ਏ ਮਨ ਤੈ ਕੂੰ ਡੇਵਸਾਂ, ਮੈਂ ਮਾਰਗ ਦੇਹੋ ਬਤਾਏ ਜਿਉ। ਹਉ ਆਇਆ ਦੂਰੋਂ ਚੱਲ ਕੇ, ਮੈਂ ਤਕੀ ਤੋ ਸਰਨਾਏ ਜਿਉ। ਮੈਂ ਆਸਾ ਰਖੀ ਚਿਤ ਮੈਂ, ਮੇਰਾ ਸਭੋ ਦੁਖ ਗਵਾਏ ਜਿਉ। ਇਤ ਮਾਰਗ ਚੱਲੇ ਪਾਈੜੇ, ਗੁਰ ਕਹਿ ਸੋ ਕਾਰ ਕਮਾਏ ਜਿਉ। ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜਿਉ। ਇਉ ਪਾਵੇਂ ਹਰ ਦਰਸਾਵੜਾ, ਨਹਿ ਲੱਗੈ ਤਤੀ ਵਾਉ ਜਿਉ। ਹਉ ਆਪੋ ਬੋਲ ਨ ਜਾਣਦਾ, ਮੈਂ ਕਹਿਆ ਸਭ ਹੁਕਮਾਉ ਜਿਉ। ਹਰ ਭਗਤ ਖਜ਼ਾਨਾ ਬਖਸ਼ਿਆ, ਗੁਰੂ ਨਾਨਕ ਕੀਆ ਪਸਾਉ ਜਿਉ। ਮੈਂ ਬੌੜ ਨ ਤ੍ਰਿਸ਼ਨਾ ਭੁਖੜੀ, ਹਉ ਰਜਾ ਤ੍ਰਿਪਤ ਅਗਾਏ ਜਿਉ। ਜੋ ਗੁਰ ਦੀਸੈ ਸਿੱਖੜਾ, ਤਿਸ ਨਿਮ ਨਿਮ ਲਾਗੋਂ ਪਾਏ ਜਿਉ। ਜੋ ਗੁਰ ਦੀਸੈ ਸਿੱਖੜਾ, ਤਿਸ ਨਿਮ ਨਿਮ ਲਾਗੋਂ ਪਾਏ ਜਿਉ।
ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਬਾਣੀ ਦੇ ਵਿੱਚੋਂ ਆਪ ਜੀ ਨੇ ਸ਼ਹੀਦਾਂ ਦੇ ਸਿਰ ਤਾਜ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸੂਹੀ ਦੇ ਅੰਦਰ ਗੁਣਵੰਤੀ ਸਿਰਲੇਖ ਦੇ ਹੇਠ ਦਰਜ ਅੰਗ 762 ਤੇ ਸੁਭਾਏਮਾਨ ਸ਼ਬਦ ਦਾ ਪਾਠ ਸ਼ਰਵਣ ਕੀਤਾ ਹੈ। ਇਸ ਸ਼ਬਦ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਜੋ ਬਚਨ ਲਿਖਦੇ ਹਨ ਉਸ ਵਿੱਚ ਉਹਨਾਂ ਨੇ ਸਮਝ ਲਓ ਇਉਂ ਲਿਖਿਆ ਹੈ ਕਿ ਜਿਵੇਂ ਦੋ ਗੁਰਸਿੱਖ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਹੋਣ। ਇੱਕ ਗੁਰਸਿੱਖ ਦੂਜੇ ਗੁਰਸਿੱਖ ਨੂੰ ਪੁੱਛ ਰਿਹਾ ਹੋਏ ਅਤੇ ਦੂਸਰਾ ਪਹਿਲੇ ਨੇ ਜੋ ਪੁੱਛਿਆ ਹੈ ਉਸ ਦਾ ਜਵਾਬ ਦੇ ਰਿਹਾ ਹੋਏ। ਇਸ ਨੂੰ ਆਖਦੇ ਹਨ ਸੰਵਾਦ। ਇਸ ਨੂੰ ਪਵਿੱਤਰ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਇਉਂ ਵੀ ਆਖਿਆ ਹੈ, ਗੁਰਮੁਖ ਬੈਸੋ ਸਫਾ ਵਿਛਾਏ, ਹਰ ਨਾਮੇ ਕੇ ਹੋਵੋ ਜੋੜੀ, ਦੁਬਦਾ ਦੂਰ ਕਰੋ ਲਿਵ ਲਾਈ। ਜੋ ਉਪਦੇਸ਼ ਸਤਿਗੁਰੂ ਜੀ ਨੇ ਬਾਣੀ 'ਚ ਦਰਜ ਕੀਤਾ ਉਸ ਦੀ ਤਰਜ਼ ਤੇ ਪਵਿੱਤਰ ਬਾਣੀ ਵੀ ਲਿਖੀ ਹੈ। ਸੋ ਆਓ ਅਸੀਂ ਇਸ ਬਚਨ ਰਾਹੀਂ ਗੁਰੂ ਅਰਜਨ ਸਾਹਿਬ ਜੀ ਨੇ ਜੋ ਦੋ ਗੁਰਸਿੱਖਾਂ ਦੀ ਆਪਸ ਵਿੱਚ ਗੱਲਬਾਤ ਲਿਖੀ ਹੈ, ਇੱਕ ਗੁਰਸਿੱਖ ਦੂਜੇ ਨੂੰ ਕੀ ਪੁੱਛਦਾ ਹੈ ਤੇ ਦੂਸਰਾ ਉਸ ਦਾ ਜਵਾਬ ਕੀ ਦਿੰਦਾ ਹੈ, ਵਿਚਾਰ ਦੇ ਦੁਆਰਾ ਜਾਣਨ ਦਾ ਯਤਨ ਕਰਦੇ ਹਾਂ। ਇੱਕ ਵਾਰ ਆਪ ਜੀ ਨੇ ਬੜੇ ਪਿਆਰ ਨਾਲ ਗੁਰੂ ਕਲਗੀਧਰ ਮਹਾਰਾਜ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰਨੀ, ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸ਼ਬਦ ਦੇ ਆਰੰਭ ਦੇ ਉੱਪਰ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਸਿਰਲੇਖ ਦਰਜ ਕੀਤਾ ਹੈ, ਗੁਣਵੰਤੀ। ਗੁਣਵੰਤੀ ਦਾ ਭਾਵ ਹੈ ਗੁਣਾਂ ਨਾਲ ਭਰਪੂਰ, ਜਿਸ ਦੇ ਅੰਦਰ ਬੇਅੰਤ ਗੁਣ ਸਮਾਏ ਹੋਣ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਇਹ ਗੱਲ ਆਖਦੀ ਹੈ ਕਿ ਗੁਰਸਿੱਖ ਵੀ ਗੁਣਾਂ ਨਾਲ ਭਰਪੂਰ ਹੈ, ਗੁਣਾਂ ਦਾ ਗਹੀਰ ਹੈ। ਇਸ ਸਿਰਲੇਖ ਦੇ ਹੇਠ ਸਤਿਗੁਰੂ ਜੀ ਨੇ ਇੱਕ ਗੁਰਸਿੱਖ ਦੇ ਸਵਾਲ ਨੂੰ ਇਉਂ ਲਿਖਿਆ ਹੈ। ਗੁਰਦੇਵ ਆਖਦੇ ਹਨ, ਜੋ ਦੀਸੈ ਗੁਰ ਸਿੱਖੜਾ, ਤਿਸ ਨਿਮ ਨਿਮ ਲਾਗੋਂ ਪਾਏ ਜਿਉ। ਇੱਕ ਗੁਰਸਿੱਖ ਇਉਂ ਕਹਿ ਰਿਹਾ ਹੈ ਕਿ ਜੇ ਕੋਈ ਮੈਨੂੰ ਗੁਰੂ ਦਾ ਪਿਆਰ ਵਾਲਾ ਸਿੱਖ ਦਿਸ ਪਏ, ਸਿੱਖੜਾ ਦਾ ਭਾਵ ਇੱਥੇ ਪਿਆਰ ਵਾਲਾ ਸਿੱਖ ਹੈ। ਬਾਣੀ ਵਿੱਚ ਕੁਝ ਸ਼ਬਦ ਐਸੇ ਹਨ ਜਿਨ੍ਹਾਂ ਦੇ ਅਖੀਰ ਵਿੱਚ ਪਿਛੇਤਰ ਲਾ ਕੇ ਉਹਨਾਂ ਦੇ ਲਫ਼ਜ਼ਾਂ, ਉਹਨਾਂ ਦੇ ਅਰਥਾਂ ਨੂੰ ਗੁਰੂ ਜੀ ਨੇ ਭਾਵ ਪੂਰਤ ਕੀਤਾ ਹੈ। ਜਿਵੇਂ ਗੁਰ ਸਿੱਖੜਾ, ਮੁਖੜਾ, ਰੁਖੜਾ। ਤੋ ਇੱਥੇ ਭਾਵ ਇਹ ਹੈ, ਜੋ ਦੀਸੈ ਗੁਰ ਸਿੱਖੜਾ। ਇੱਕ ਗੁਰਸਿੱਖ ਮੰਨ ਲਓ ਇਉਂ ਕਹਿ ਰਿਹਾ ਹੈ ਕਿ ਜੇ ਕੋਈ ਮੈਨੂੰ ਗੁਰੂ ਦੇ ਪਿਆਰ ਵਾਲਾ ਸਿੱਖ ਦਿਸ ਪਏ, ਮਿਲ ਜਾਏ, ਤਿਸ ਨਿਮ ਨਿਮ ਲਾਗੋਂ ਪਾਏ ਜਿਉ। ਨਿਮ ਨਿਮ ਦਾ ਭਾਵ ਹੈ ਨਿਉ ਕੇ। ਨਿਉਣ ਦਾ ਭਾਵ ਹੈ ਬੜੇ ਨਿਮਰ ਭਾਵ ਦੇ ਨਾਲ ਮੈਂ ਉਹਦੇ ਪੈਰੀ ਲੱਗਾ। ਪੈਰੀ ਲੱਗਣ ਦਾ ਭਾਵ
ਉਹਦੇ ਕੋਲ ਬੈਠਾਂ। ਗੁਰਮਤਿ ਦੇ ਅੰਦਰ ਕੇਵਲ ਤੇ ਕੇਵਲ ਇੱਕ ਨਿਰੰਕਾਰ ਅਤੇ ਇੱਕ ਗੁਰੂ ਦੇ ਪੈਰੀ ਲੱਗਣ ਦੀ ਗੱਲ ਹੈ, ਭਾਵ ਅੱਗੇ ਝੁਕਣ ਦੀ ਗੱਲ ਹੈ। ਕਈ ਥਾਵਾਂ ਤੇ ਸਤਿਗੁਰੂ ਜੀ ਨੇ ਇਸ ਭਾਵ ਨੂੰ ਮੁਹਾਵਰੇ ਤੌਰ ਤੇ ਵਰਤਿਆ ਹੈ। ਇੱਥੇ ਇਹ ਭਾਵ ਸਤਿਗੁਰੂ ਜੀ ਨੇ ਬਿਲਕੁਲ ਕਦਾਚਿਤ ਦਰਜ ਨਹੀਂ ਕੀਤਾ ਕਿ ਇੱਕ ਦੂਜੇ ਦੇ ਪੈਰੀ ਪੈਣਾ, ਮੱਥਾ ਟੇਕਣਾ, ਨਹੀਂ। ਇੱਕ ਮੁਹਾਵਰਾ ਹੈ। ਮੁਹਾਵਰੇ ਨੂੰ ਮੁਹਾਵਰੇ ਦੇ ਰੂਪ ਵਿੱਚ ਹੀ ਸਮਝਣਾ ਹੈ। ਸੋ ਗੁਰਦੇਵ ਆਖਦੇ ਹਨ ਕਿ ਜੇ ਕੋਈ ਗੁਰਸਿੱਖ ਨਜ਼ਰੀ ਪੈ ਜਾਏ ਤੇ ਮੈਂ ਬੜੇ ਨਿਮਰ ਭਾਵ ਦੇ ਨਾਲ, ਬੜੀ ਨਿਮਰਤਾ ਦੇ ਨਾਲ ਉਹਦੇ ਪੈਰੀ ਲੱਗਾ, ਭਾਵ ਉਹਦੇ ਕੋਲ ਬੈਠਾਂ, ਉਹਦੀ ਸੰਗਤ ਮਾਣਾ ਤੇ ਸੰਗਤ ਮਾਣ ਕੇ ਉਹਦੇ ਕੋਲ ਬੈਠ ਕੇ ਕੀ ਕਵਾਂ, ਆਖਾਂ ਬਿਰਥਾ ਜੀ ਕੀ। ਬਿਰਥਾ ਕਹਿੰਦੇ ਨੇ ਪੀੜ ਨੂੰ, ਦਰਦ ਨੂੰ, ਤਕਲੀਫ ਨੂੰ। ਜੋ ਮੇਰੇ ਅੰਦਰ ਦਰਦ ਹੈ, ਮੇਰੇ ਅੰਦਰ ਤਕਲੀਫ ਹੈ, ਉਹ ਤਕਲੀਫ ਨੂੰ, ਉਸ ਦਰਦ ਨੂੰ ਮੈਂ ਉਹਦੇ ਅੱਗੇ ਬਿਆਨ ਕਰਾਂ, ਉਹਨੂੰ ਦੱਸਾਂ। ਆਖਾਂ ਬਿਰਥਾ ਜੀ ਕੀ। ਉਹ ਪੀੜ ਕੀ ਹੈ? ਗੁਰ ਸੱਜਣ ਦੇ ਮਿਲਾਏ ਜੀਓ। ਉਹ ਪੀੜ ਇਹ ਹੈ ਕਿ ਮੈਂ ਗੁਰੂ ਮਿੱਤਰ ਦੀ ਭਾਲ ਵਿੱਚ ਫਿਰ ਰਿਹਾ ਹਾਂ, ਮੈਂ ਗੁਰੂ ਦੀ ਭਾਲ ਵਿੱਚ ਫਿਰ ਰਿਹਾ ਹਾਂ, ਕਿਰਪਾ ਕਰਕੇ ਮੈਨੂੰ ਗੁਰੂ ਨਾਲ ਮਿਲਾ ਦੇ। ਭਾਵ ਗੁਰੂ ਦੀ ਸੋਝੀ ਬਖਸ਼, ਗੁਰੂ ਦੀ ਸਮਝ ਬਖਸ਼ ਕਿ ਅਸਲ ਵਿੱਚ ਗੁਰੂ ਹੈ ਕੀ, ਅਸਲ 'ਚ ਗੁਰੂ ਕਿਸ ਨੂੰ ਕਹਿੰਦੇ ਨੇ। ਹੇ ਗੁਰਸਿੱਖ, ਮੇਰੀ ਇਸ ਪੀੜ ਨੂੰ ਸਮਝ, ਮੇਰੇ ਇਸ ਦਰਦ ਨੂੰ ਸਮਝ। ਬਾਣੀ ਵਿੱਚ ਜ਼ਿਕਰ ਆਉਂਦਾ ਹੈ, ਗੁਰਦੇਵ ਨੇ ਬਾਣੀ ਦੇ ਵਿੱਚ ਕਈ ਤਰ੍ਹਾਂ ਦੀ ਪੀੜ ਦਾ ਜ਼ਿਕਰ ਕੀਤਾ ਹੈ। ਪੀੜ ਨੂੰ ਕਈ ਰੂਪਾਂ ਦੇ ਵਿੱਚ ਗੁਰਦੇਵ ਨੇ ਬਾਣੀ ਵਿੱਚ ਲਿਖਿਆ ਹੈ। ਜਿਵੇਂ ਪਰਮੇਸ਼ਰ ਦੇ ਵਿਛੋੜੇ ਨੂੰ ਵੀ ਇੱਕ ਪੀੜ ਗੁਰਦੇਵ ਨੇ ਬਾਣੀ ਵਿੱਚ ਆਖਿਆ ਹੈ। ਇਸ ਨੂੰ ਵੀ ਗੁਰਦੇਵ ਕਹਿੰਦੇ ਨੇ ਇਹ ਇੱਕ ਪੀੜ ਹੈ, ਦਰਦ ਹੈ ਕਿ ਮੈਂ ਉਹਦੇ ਨਾਲੋਂ ਵਿਛੜਿਆ ਹੋਇਆ ਹਾਂ। ਗੁਰਦੇਵ ਨੇ ਪਵਿੱਤਰ ਬਾਣੀ ਦੇ ਅੰਦਰ ਜੋ ਵਾਰ-ਵਾਰ ਇਨਸਾਨ ਨੂੰ ਵਿਕਾਰ ਤੰਗ ਕਰਦੇ ਨੇ, ਸਤਿਗੁਰੂ ਨੇ ਉਸ ਨੂੰ ਵੀ ਬਾਣੀ ਵਿੱਚ ਇਉਂ ਆਖਿਆ ਕਿ ਇਹ ਵੀ ਇੱਕ ਤਰ੍ਹਾਂ ਦੀ ਪੀੜ ਹੈ, ਇਹ ਦਰਦ ਹੈ ਕਿ ਇਹ ਵਾਰ-ਵਾਰ ਮੈਨੂੰ ਤਕਲੀਫ ਦੇ ਰਹੇ ਨੇ। ਬਾਬਾ ਕਬੀਰ ਸਾਹਿਬ ਜੀ ਦਾ ਬਚਨ ਹੈ, ਜਿੱਥੇ ਉਹ ਕਹਿੰਦੇ ਨੇ ਕਿ ਇਹ ਵਿਕਾਰ ਵਾਰ-ਵਾਰ ਮੈਨੂੰ ਤੰਗ ਕਰ ਰਹੇ ਨੇ ਤੇ ਮੈਂ ਉੱਚੀ ਭੁਜਾ ਕਰਕੇ ਗੁਰੂ ਵੱਲ ਪੁਕਾਰ ਕੇ ਗੱਲ ਕਹਿ ਰਿਹਾ, ਗੁਰੂ ਮੈਨੂੰ ਇਹਨਾਂ ਤੋਂ ਬਚਾ। ਇਹ ਜੋ ਦਰਦ ਮੈਨੂੰ ਦੇ ਰਹੇ ਨੇ, ਉਸ ਦਰਦ ਤੋਂ ਨਿਵਾਰਨ ਕਰ। ਸੋ ਖੈਰ, ਮੈਂ ਜਿਸ ਗੱਲ ਦਾ ਜ਼ਿਕਰ ਕਰ ਰਿਹਾ ਸਾਂ, ਗੁਰਸਿੱਖ ਆਖਦਾ ਹੈ ਕਿ ਮੇਰੀ ਇਹ ਪੀੜ ਹੈ, ਮੇਰਾ ਇਹ ਦਰਦ ਹੈ ਕਿ ਮੈਨੂੰ ਗੁਰੂ ਦੀ ਸੋਝੀ ਬਖਸ਼ ਦੇ। ਆਖਾਂ ਬਿਰਥਾ ਜੀ ਕੀ, ਗੁਰ ਸੱਜਣ ਦੇ ਮਿਲਾਏ ਜੀਓ। ਮੈਨੂੰ ਗੁਰੂ ਮਿੱਤਰ ਨਾਲ ਮਿਲਾ। ਸੋਈ ਦਸ ਉਪਦੇਸ਼ੜਾ, ਮੈਨੂੰ ਉਹ ਉਪਦੇਸ਼ ਦੱਸ, ਮੈਨੂੰ ਉਸ ਉਪਦੇਸ਼ ਦੀ ਸੋਝੀ ਦੇ। ਕਿਸ ਉਪਦੇਸ਼ ਦੀ? ਮੇਰਾ ਮਨ ਅਨੰਤ ਨ ਕਾਹੂ ਜਾਏ ਜੀਓ। ਕਿ ਮੇਰਾ ਮਨ ਇੱਕ ਗੁਰੂ ਤੇ ਇੱਕ ਪਰਮੇਸ਼ਰ ਤੇ ਪਸੀਜ ਜਾਏ, ਇਹਨਾਂ ਦੋਵਾਂ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਾ ਜਾਏ। ਮੈਨੂੰ ਉਹ ਉਪਦੇਸ਼ ਦੇ, ਉਹ ਉਪਦੇਸ਼ ਗ੍ਰਹਿਣ ਕਰਾ। ਭਾਵ ਇਸ ਤਰ੍ਹਾਂ ਦਾ ਉਪਦੇਸ਼ ਮੇਰੇ ਮਨ 'ਚ, ਮੇਰੀ ਸੁਰਤ 'ਚ ਪਾ ਕਿ ਮੇਰਾ ਮਨ ਇੱਕ ਪਰਮੇਸ਼ਰ ਅਤੇ ਇੱਕ ਗੁਰੂ ਨੂੰ ਛੱਡ ਕੇ ਕਿਸੇ ਦੂਜੇ ਪਾਸੇ ਨਾ ਜਾਏ। ਬਾਣੀ ਵਿੱਚ ਜ਼ਿਕਰ ਹੈ ਕਿ ਮਨੁੱਖੀ ਮਨ ਚੰਚਲ ਹੈ ਤੇ ਚੰਚਲ ਵੀ ਪੰਖੀ ਦੀ ਤਰ੍ਹਾਂ ਹੈ। ਜਿਵੇਂ ਪੰਖੀ ਇੱਕ ਰੁੱਖ ਤੇ ਨਹੀਂ ਬਹਿੰਦਾ, ਇੱਕ ਰੁੱਖ ਤੇ ਨਹੀਂ ਟਿਕਦਾ, ਗੁਰਦੇਵ ਕਹਿੰਦੇ ਨੇ ਇਸ ਮਨੁੱਖੀ ਮਨ ਦਾ ਵੀ ਇਹ ਸੁਭਾਅ ਹੈ ਕਿ ਇੱਕ ਥਾਂ ਤੇ ਟਿਕਦਾ ਨਹੀਂ ਹੈ। ਬਾਬਾ ਕਬੀਰ ਸਾਹਿਬ ਦੇ ਬਚਨ ਹਨ, ਕਬੀਰ ਮਨ ਪੰਖੀ ਭਇਓ, ਉੱਡ ਉੱਡਦੈ ਦਿਸ਼ ਜਾਏ, ਜੋ ਜੈਸੀ ਸੰਗਤ ਮਿਲੈ, ਸੋ ਤੈ ਸੋ ਫਲ ਖਾਏ। ਇਹ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਹੈ। ਸੋ ਇਸ ਕਰਕੇ ਗੁਰਸਿੱਖ, ਇੱਕ ਗੁਰਸਿੱਖ ਦੂਜੇ ਗੁਰਸਿੱਖ ਨੂੰ ਇਹ ਗੱਲ ਕਹਿ ਰਿਹਾ ਹੈ
ਕਿ ਮੈਨੂੰ ਉਹ ਉਪਦੇਸ਼ ਦੇ ਜਿਸ ਉਪਦੇਸ਼ ਨੂੰ ਗ੍ਰਹਿਣ ਕਰਨ ਦੇ ਨਾਲ ਮੇਰਾ ਮਨ ਇੱਕ ਗੁਰੂ ਅਤੇ ਇੱਕ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਾ ਜਾਏ। ਸੋਈ ਦਸ ਉਪਦੇਸ਼ੜਾ ਮੇਰਾ ਮਨ ਅਨੰਤ ਨ ਕਾਹੂ ਜਾਏ ਜਿਉ। ਬਾਣੀ ਦੇ ਉਪਦੇਸ਼ ਦੀ ਇਹ ਖਾਸੀਅਤ ਹੈ ਕਿ ਜਿਸ ਮਨੁੱਖ ਦੇ ਅੰਦਰ ਬਾਣੀ ਦਾ ਉਪਦੇਸ਼ ਟਿਕਦਾ ਹੈ, ਗੁਰਦੇਵ ਕਹਿੰਦੇ ਨੇ ਉਸ ਦਾ ਮਨ ਵੀ ਟਿਕਦਾ ਹੈ। ਬਾਣੀ ਵਿੱਚ ਜ਼ਿਕਰ ਹੈ, ਇੱਕ ਉਦਾਹਰਣ ਦਿੱਤੀ ਹੈ ਸਤਿਗੁਰੂ ਜੀ ਨੇ। ਗੁਰਦੇਵ ਕਹਿੰਦੇ ਨੇ ਸੋਨੇ ਦੇ ਵਿੱਚ ਜਿੰਨੀ ਦੇਰ ਤੱਕ ਮੈਲ ਹੋਏ ਉਹ ਸੁਨਿਆਰ ਦੀ ਕੁਠਾਲੀ ਦੇ ਵਿੱਚ ਟਿਕਦਾ ਨਹੀਂ ਹੈ। ਭਾਵ ਸੁਨਿਆਰ ਸੋਨੇ ਨੂੰ ਦੋ ਤਰ੍ਹਾਂ ਦੇ ਨਾਲ ਪਰਖਦਾ ਹੈ। ਬਾਣੀ ਵਿੱਚ ਸੋਨੇ ਦੀ ਪਰਖ ਦੇ ਦੋ ਢੰਗ ਦੱਸੇ ਹਨ। ਇੱਕ ਦੱਸਿਆ ਹੈ ਕਸ਼ਵੱਟੀ, ਕਿ ਸੋਨੇ ਨੂੰ ਪਰਖਣਾ ਹੈ ਕਸ਼ਵੱਟੀ ਲਾ ਕੇ, ਤੇ ਦੂਜਾ ਸਤਿਗੁਰੂ ਜੀ ਨੇ ਦੱਸਿਆ ਹੈ ਕਿ ਸੁਨਿਆਰ ਉਸ ਨੂੰ ਕੁਠਾਲੀ 'ਚ ਪਾ ਦਿੰਦਾ ਹੈ, ਕੁਠਾਲੀ 'ਚ ਪਾ ਕੇ ਉਸ ਨੂੰ ਗਰਮ ਕਰਦਾ ਹੈ, ਤੇ ਗਰਮ ਓਨੀ ਦੇਰ ਤੱਕ ਕਰਦਾ ਜਿੰਨੀ ਦੇਰ ਤੱਕ ਸੋਨਾ ਕੁਠਾਲੀ ਵਿੱਚੋਂ ਉੱਠ ਕੇ ਬਾਹਰ ਡਿੱਗਦਾ ਰਹਿੰਦਾ। ਫਿਰ ਉਹਨੂੰ ਵਿੱਚ ਰੱਖਦਾ ਹੈ, ਉਹ ਫਿਰ ਬਾਹਰ ਡਿੱਗਦਾ ਹੈ, ਤੇ ਓਨੀ ਦੇਰ ਤੱਕ ਉਸ ਨੂੰ ਤਪਾਉਂਦਾ ਹੈ ਜਿੰਨੀ ਦੇਰ ਤੱਕ ਉਹਦੇ ਅੰਦਰੋਂ ਮੈਲ ਸੇਕ ਦੇ ਨਾਲ ਸੜ ਨਹੀਂ ਜਾਂਦੀ। ਸਤਿਗੁਰੂ ਜੀ ਨੇ ਉਹ ਉਦਾਹਰਨ ਨੂੰ ਮਨ ਦੀ ਉਸ ਬਿਰਤੀ ਨਾਲ ਜੋੜਿਆ ਹੈ ਜਿਹੜੀ ਇੱਕ ਥਾਂ ਤੇ ਟਿਕਦੀ ਨਹੀਂ ਹੈ। ਗੁਰਦੇਵ ਕਹਿੰਦੇ ਜਿਵੇਂ ਸੋਨਾ ਇੱਕ ਥਾਂ ਤੇ ਟਿਕਦਾ ਨਹੀਂ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਉਹਦੇ ਅੰਦਰ ਮੈਲ ਹੈ, ਇਵੇਂ ਮਨੁੱਖੀ ਮਨ ਦਾ ਇਹ ਸੁਭਾਅ ਹੈ ਕਿ ਜਿੰਨੀ ਦੇਰ ਤੱਕ ਇਹਦੇ ਅੰਦਰ ਅਗਿਆਨਤਾ ਹੈ, ਗੁਰੂ ਦਾ ਗਿਆਨ ਟਿਕਿਆ ਨਹੀਂ, ਇਹ ਟਿਕੇਗਾ ਨਹੀਂ। ਇਸੇ ਕਰਕੇ ਸਤਿਗੁਰ ਨੇ ਸੁਖਮਨੀ ਸਾਹਿਬ ਦੀ ਬਾਣੀ 'ਚ ਬਚਨ ਕਿਹਾ ਹੈ। ਉਹ ਕਹਿੰਦੇ ਨੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਗੁਰੂ ਦਾ ਉਪਦੇਸ਼ ਜੋ ਗਿਆਨਵਤ ਹੈ ਉਹ ਸਾਡੇ ਅੰਦਰੋਂ ਅਗਿਆਨਤਾ ਨੂੰ, ਜੋ ਸਾਨੂੰ ਭਟਕਣਾ 'ਚ ਪਾਉਂਦੀ ਹੈ, ਉਸ ਨੂੰ ਕੱਟ ਦਿੰਦਾ ਹੈ। ਸੋ ਇਸ ਕਰਕੇ ਇੱਥੇ ਜੋ ਬਚਨ ਆਇਆ ਅੱਜ ਦਾ, ਇਹਦੇ 'ਚ ਸਮਝ ਲਓ ਦੋ ਗੁਰਸਿੱਖ ਆਪਸ 'ਚ ਗੱਲਬਾਤ ਕਰ ਰਹੇ ਨੇ। ਪਹਿਲਾ ਗੁਰਸਿੱਖ ਦੂਜੇ ਨੂੰ ਕਹਿ ਰਿਹਾ ਹੈ ਕਿ ਮੈਨੂੰ ਕੋਈ ਇਸ ਤਰ੍ਹਾਂ ਦਾ ਉਪਦੇਸ਼ ਦੱਸ ਜਿਹਦੇ ਨਾਲ ਮੇਰਾ ਮਨ ਟਿਕ ਜਾਏ। ਭਾਵ ਸਵਾਲ ਕਰ ਰਿਹਾ ਹੈ, ਇਹਦਾ ਜਵਾਬ ਅੱਗੇ ਆਏਗਾ। ਕਹਿੰਦੇ ਸੋਈ ਦਸ ਉਪਦੇਸ਼ੜਾ, ਉਹ ਉਪਦੇਸ਼ ਦੇ ਮੇਰਾ ਮਨ ਅੰਤ ਨ ਕਾਹੂ ਜਾਏ ਜਿਉ। ਇਹ ਮਨ ਤੈ ਕੂ ਡੇਵਸਾਂ। ਡੇਵਸਾਂ ਦਾ ਮਤਲਬ ਹੁੰਦਾ ਦੇਣਾ। ਮੈਂ ਆਪਣਾ ਮਨ ਵੀ ਹੈ ਗੁਰਸਿੱਖ ਤੈਨੂੰ ਦੇ ਦਵਾਂ। ਮੈਂ ਮਾਰਗ ਦੇਹੋ ਬਤਾਏ ਜਿਉ। ਮੈਨੂੰ ਉਹ ਰਸਤਾ ਦੱਸ ਜਿਸ ਰਸਤੇ ਤੇ ਚਲਦਿਆਂ ਮੈਨੂੰ ਇਹ ਜੋ ਦਰਦ ਮੈਂ ਬਿਆਨਿਆ ਇਸ ਦੀ ਪੂਰਤੀ ਹੋ ਸਕੇ। ਕੀ? ਪਹਿਲੀ ਗੱਲ ਮੈਨੂੰ ਗੁਰੂ ਨਾਲ ਮਿਲਾ ਦੇ, ਦੂਜੀ ਗੱਲ ਮੇਰਾ ਮਨ ਭਟਕਣਾ ਛੱਡ ਜਾਏ। ਇਹ ਦੋ ਚੀਜ਼ਾਂ ਦੀ ਪੂਰਤੀ ਹੋ ਜਾਏ, ਉਸ ਰਸਤੇ ਤੇ ਮੈਨੂੰ ਪਾ ਦੇ। ਕਿਉਂਕਿ ਹੋ ਆਇਆ ਦੂਰੋਂ ਚੱਲ ਕੇ, ਮੈਂ ਬੜੀ ਦੂਰ ਤੋਂ ਚੱਲ ਕੇ ਆਇਆ। ਇੱਥੇ ਇਸ ਗੱਲ ਨੂੰ ਸਮਝੋ। ਇਹ ਉਪਦੇਸ਼, ਇਹ ਬਚਨ ਅਸੀਂ ਬੜੀ ਵਾਰ ਬਾਣੀ ਦਾ ਪੜ੍ਹਿਆ, ਸਾਨੂੰ ਕੰਠ ਵੀ ਹੈ ਕਿ ਇੱਥੇ ਇਹ ਜਿਹੜੀ ਗੱਲ ਇੱਕ ਗੁਰਸਿੱਖ ਦੂਜੇ ਗੁਰਸਿੱਖ ਨੂੰ ਕਹਿ ਰਿਹਾ, ਲਿਖੀ ਗੁਰੂ ਨੂੰ ਹੈ। ਮੈਂ ਕਈ ਵਾਰ ਜ਼ਿਕਰ ਕਰਿਆ ਕਰਦਾ ਹਾਂ ਕਿ ਬਾਣੀ ਨੂੰ ਸਤਿਗੁਰੂ ਜੀ ਨੇ ਅਨੇਕ ਢੰਗਾਂ ਦੇ ਨਾਲ ਲਿਖਿਆ ਹੈ। ਉਹਦੇ ਵਿੱਚ ਉਹ ਸਾਰਾ ਪੰਜਾਬ ਦਾ ਉਹ ਰੰਗ ਹੈ ਜੋ ਆਮ ਕਰਕੇ ਉਸ ਵੇਲੇ ਬੋਲੀ ਦੇ ਵਿੱਚ ਵਰਤਿਆ ਜਾਂਦਾ ਸੀ। ਜਿਵੇਂ ਮੈਂ ਉਦਾਹਰਣ ਦੇ ਤੌਰ ਤੇ ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਕਿ ਜਿਵੇਂ ਪਹਿਲਾਂ ਸਾਡੇ ਪਿੰਡਾਂ ਦੇ ਵਿੱਚ ਖਾਸ ਕਰਕੇ ਸਾਉਣ ਦੇ ਮਹੀਨੇ 'ਚ ਜੋ ਪਿੰਡ ਦੀਆਂ ਵਿਆਹੀਆਂ ਧੀਆਂ ਹੁੰਦੀਆਂ ਸਨ ਉਹ ਆਪਸ ਵਿੱਚ ਵਾਪਸ ਘਰੇ ਆਉਂਦੀਆਂ ਸਨ ਤੇ ਘਰੇ ਆ ਕੇ ਇੱਕ ਦੂਜੇ ਦੇ ਨਾਲ ਬਹਿੰਦੀਆਂ ਸਨ। ਸਤਿਗੁਰੂ ਜੀ ਨੇ ਉਸ ਰੰਗ ਨੂੰ ਵੀ ਬਾਣੀ ਦੇ ਵਿੱਚ ਗੁਰੂ ਅਤੇ ਸਿੱਖ ਦੇ ਰੂਪ ਵਿੱਚ ਵਰਤਿਆ ਹੈ। ਆਪਾਂ ਬਚਨ ਪੜ੍ਹਦੇ ਹਾਂ, ਆਵੋ ਭੈਣੇ ਗਲ ਮਿਲੈ ਅੰਕ ਸਹੇਲਣੀਆਂ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਜਿਵੇਂ ਉਹ ਵਾਪਸ ਆਪਣੇ ਪੇਕੇ ਘਰ ਆਉਂਦੀਆਂ ਸਨ ਤੇ ਆ ਕੇ ਆਪਣੇ ਸਹੁਰੇ ਘਰ ਦਾ ਹਾਲ ਦੱਸਦੀਆਂ ਸਨ। ਕੋਈ ਆਪਣੇ ਸਹੁਰੇ ਘਰ ਦੇ ਕਿਸੇ ਗੁਣ ਨੂੰ ਦੱਸਦੀ ਸੀ, ਕੋਈ ਕਿਸੇ ਦੇ ਅਵਗੁਣ ਨੂੰ ਦੱਸਦੀ ਸੀ। ਇਵੇਂ ਸਤਿਗੁਰੂ ਨੇ ਉਸ ਰੰਗ ਨੂੰ ਬਾਣੀ 'ਚ ਵੀ ਵਰਤਿਆ। ਇਵੇਂ ਸਤਿਗੁਰੂ ਜੀ ਨੇ
ਬੰਦੇ ਜੰਗਲਾਂ 'ਚ ਜਾਂਦੇ ਸਨ, ਜੰਗਲ ਬੜੇ ਭੀੜੇ ਤੇ ਖੌਫਨਾਕ ਹੋਇਆ ਕਰਦੇ ਸਨ। ਉਥੇ ਜੋ ਰੰਗ ਹੁੰਦਾ ਸੀ ਜੰਗਲ ਦਾ, ਉਸ ਜੰਗਲ ਦੇ ਰੰਗ ਨੂੰ ਵੀ ਬਾਣੀ ਦੇ ਵਿੱਚ ਗੁਰਦੇਵ ਨੇ ਬੰਦੇ ਦੀ ਜ਼ਿੰਦਗੀ ਦੇ ਨਾਲ ਜੋੜ ਕੇ ਲਿਖਿਆ ਹੈ। ਇਸ ਤਰ੍ਹਾਂ ਹੀ ਗੁਰੂ ਪਾਤਸ਼ਾਹ ਮਹਾਰਾਜ, ਜਿਹੜਾ ਅਸੀਂ 12 ਮਾਹ ਪੜ੍ਹਦੇ ਹਾਂ, ਇਹ ਵੀ ਇੱਕ ਪੰਜਾਬ ਦੀ ਧਰਤੀ ਦਾ ਰੰਗ ਸੀਗਾ ਜੋ ਉਸ ਵੇਲੇ ਇੱਥੇ ਗਾਇਆ, ਪੜ੍ਹਿਆ ਤੇ ਸੁਣਿਆ ਜਾਂਦਾ ਸੀ। ਖੈਰ, ਉਵੇਂ ਹੀ ਇਹ ਰੰਗ ਸੀ ਕਿ ਦੋ ਬੰਦੇ ਆਪਸ 'ਚ ਗੱਲ ਕਰਦੇ ਨੇ, ਇੱਕ ਨੂੰ ਪੁੱਛਿਆ ਜਾਂਦਾ, ਦੂਜਾ ਉਹਨੂੰ ਦੱਸਦਾ। ਇਸ ਰੰਗ ਨੂੰ ਸਤਿਗੁਰੂ ਜੀ ਨੇ ਬਾਣੀ 'ਚ ਲਿਖਿਆ ਹੈ। ਇੱਕ ਗੁਰਸਿੱਖ ਦੂਜੇ ਗੁਰਸਿੱਖ ਨਾਲ ਇਹ ਸਾਰੀ ਗੱਲਬਾਤ ਕਰ ਰਿਹਾ ਹੈ ਤੇ ਉਹ ਦੱਸ ਰਿਹਾ, ਕਹਿ ਰਿਹਾ, ਹਉ ਆਇਆ ਦੂਰੋਂ ਚੱਲ ਕੇ, ਮੈਂ ਬੜੀ ਦੂਰ ਤੋਂ ਚੱਲ ਕੇ ਆਇਆ। ਉਹ ਦੂਰੀ ਕਿਹੜੀ ਹੈ? ਬਾਣੀ ਵਿੱਚ ਸਰੀਰ ਦੀ ਦੂਰੀ ਨੂੰ ਗੁਰੂ ਨੇ ਨਹੀਂ ਮੰਨਿਆ ਹੈ। ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ, ਕਿਉਂਕਿ ਬਾਣੀ ਦੇ ਅੰਦਰ ਦੋ ਗੱਲਾਂ ਬੜੀਆਂ ਸਪਸ਼ਟ ਨੇ, ਇੱਕ ਗੁਰੂ ਬਾਰੇ ਤੇ ਇੱਕ ਪਰਮੇਸ਼ਰ ਬਾਰੇ। ਪਰਮੇਸ਼ਰ ਬਾਰੇ ਇਹ ਲਿਖਿਆ ਗਿਆ ਕਿ ਉਹ ਅੰਦਰ ਵੀ ਹੈ ਤੇ ਬਾਹਰ ਵੀ ਹੈ। ਅਸੀਂ ਬੜੀ ਵਾਰ ਬਾਣੀ ਦਾ ਉਪਦੇਸ਼ ਪੜ੍ਹਿਆ ਹੈ, ਜਿੱਥੇ ਗੁਰਦੇਵ ਕਹਿੰਦੇ ਨੇ, ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਇਵੇਂ ਹੀ ਗੁਰਦੇਵ ਗੁਰੂ ਬਾਰੇ ਵੀ ਇਹ ਕਹਿੰਦੇ ਨੇ, ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਗੁਰੂ ਬਾਰੇ ਵੀ ਇਹ ਗੱਲ ਕਹੀ ਗਈ ਹੈ ਕਿ ਉਹ ਗਿਆਨਵਤ ਹੈ, ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ, ਉਹ ਸਾਰਿਆਂ ਦੇ ਨੇੜੇ ਹੈ। ਫਿਰ ਦੂਰੀ ਕਿੱਥੋਂ ਹੈ? ਜਦੋਂ ਗੁਰੂ ਸਾਡੇ ਨੇੜੇ ਹੈ ਤਾਂ ਫਿਰ ਦੂਰੀ ਕਾਹਦੀ ਹੈ? ਸਰੀਰ ਦੀ ਦੂਰੀ ਤੇ ਹੈ ਨਹੀਂ। ਜਿਹੜੀ ਇਹ ਫਿਜ਼ੀਕਲ ਦੂਰੀ ਹੈ, ਸਤਿਗੁਰ ਨੇ ਫਿਜ਼ੀਕਲ ਦੂਰੀ ਨੂੰ ਪ੍ਰਵਾਨ ਨਹੀਂ ਕੀਤਾ। ਸਤਿਗੁਰ ਨੇ ਦੂਰੀ ਮੰਨੀ ਹੈ ਬਾਣੀ ਵਿੱਚ ਬੰਦੇ ਦੀ ਸੁਰਤ ਦੀ। ਬਾਣੀ ਵਿੱਚ ਜ਼ਿਕਰ ਆਉਂਦਾ ਹੈ, ਸੁਰਤ ਕੈ ਪੈਂਡੈ ਚੱਲ ਕੇ। ਇਹ ਰਸਤਾ ਸੁਰਤ ਦੇ ਪੈਂਡੇ ਦਾ ਹੈ। ਇਸ ਨੂੰ ਗੁਰਦੇਵ ਨੇ, ਪਾਤਸ਼ਾਹ ਨੇ ਸੁਰਤ ਦਾ ਜਿਹੜਾ ਰਸਤਾ ਦੱਸਿਆ। ਸੋ ਦੂਰੀ ਸੁਰਤ ਕਰਕੇ ਹੈ, ਨਾ ਕਿ ਫਿਜ਼ੀਕਲ ਦੂਰੀ ਹੈ। ਇਸੇ ਕਰਕੇ ਬਾਣੀ ਦੇ ਵਿੱਚ ਇਹ ਗੱਲ ਕਹੀ ਗਈ। ਕਹਿਣ ਲੱਗੇ, ਕਈ ਵਾਰ ਐਸਾ ਹੁੰਦਾ ਹੈ, ਕੋਈ ਬੰਦਾ ਗੁਰੂ ਦੇ ਫਿਜ਼ੀਕਲ ਸਰੀਰ ਕਰਕੇ ਬਿਲਕੁਲ ਨੇੜੇ ਹੁੰਦਾ ਹੈ, ਪਰ ਸੁਰਤ ਕਰਕੇ ਕੋਹਾਂ ਦੂਰ ਹੁੰਦਾ ਹੈ। ਤੇ ਕਈ ਵਾਰ ਇਹ ਵੀ ਗੱਲ ਕਹੀ ਗਈ ਕਿ ਕੋਈ ਸਰੀਰ ਕਰਕੇ ਦੂਰ ਹੈ, ਪਰ ਉਹ ਗੁਰੂ ਦੇ ਬੜਾ ਨੇੜੇ ਹੈ। ਮੈਂ ਇੱਕ ਵਚਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਤੁਹਾਡੇ ਨਾਲ ਕਈ ਵਾਰ ਸਾਂਝਾ ਕੀਤਾ ਹੈ, ਜਿੱਥੇ ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲੱਗੋ ਭਾਓ, ਉਸ ਨੂੰ ਸੁਖ ਨਾ ਉਪਜੈ, ਭਾਵੇਂ 100 ਗੇੜਾ ਆਓ 100 ਜਾਓ। ਇਹ ਗੁਰੂ ਦਾ ਬਚਨ ਹੈ। ਫਿਜ਼ੀਕਲ ਕਰਕੇ ਅਸੀਂ 100 ਵਾਰ ਆਈਏ, ਸਰੀਰ ਕਰਕੇ ਅਸੀਂ 100 ਵਾਰ ਆਈਏ ਤੇ ਜਾਈਏ। ਗੁਰਦੇਵ ਕਹਿੰਦੇ ਕੀ ਹੈ? ਇਹ ਗੇੜੇ ਹੀ ਨੇ ਨਾ। ਜੇ ਤੇਰਾ ਗੁਰੂ ਤੇ ਭਰੋਸਾ, ਤੇਰੀ ਸੁਰਤ ਦਾ ਭਰੋਸਾ ਨਾ ਉਪਜਿਆ ਤੇ ਇਹ ਗੇੜੇ ਨੇ। ਫਿਰ ਬਚਨ ਨੂੰ ਦੁਬਾਰਾ ਫਿਰ ਸਮਝ ਲੈਣਾ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲੱਗੋ ਭਾਓ। ਭਾਓ ਦਾ ਮਤਲਬ ਹੈ ਪ੍ਰੇਮ। ਗੁਰੂ ਤੇ ਵਿਸ਼ਵਾਸ ਨਾ ਪੈਦਾ ਹੋਇਆ, ਗੁਰੂ ਨਾਲ ਪ੍ਰੇਮ ਨਾ ਪੈਦਾ ਹੋਇਆ, ਕਹਿੰਦੇ ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਓ 100 ਜਾਓ। ਸੋ ਬੇਨਤੀ ਨੂੰ ਫਿਰ ਸਮਝਿਓ, ਸਰੀਰ ਕਰਕੇ ਗੁਰੂ ਤੋਂ ਅਸੀਂ ਦੂਰ ਨਹੀਂ, ਗੁਰੂ ਦੇ ਬਿਲਕੁਲ ਨੇੜੇ ਆ। ਇਹ ਦੂਰੀ ਸਰੀਰ ਦੀ ਨਹੀਂ ਹੈ, ਇਹ ਦੂਰੀ ਅਸਲ 'ਚ ਗੁਰਦੇਵ ਨੇ ਮੰਨੀ ਹੈ ਸੁਰਤ ਦੀ। ਤਾਂ ਹੀ ਬਾਣੀ 'ਚ ਵਾਰ-ਵਾਰ ਸੁਰਤ ਨੂੰ ਘੜਨ ਦੀ ਗੱਲ ਵਾਰ-ਵਾਰ ਆਉਂਦੀ ਹੈ। ਗੁਰਦੇਵ ਜਗ੍ਹਾ ਜਗ੍ਹਾ ਤੇ ਕਹਿੰਦੇ ਨੇ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਵਾਰ-ਵਾਰ ਸੁਰਤ ਦਾ ਜ਼ਿਕਰ ਕਰਦੇ ਨੇ। ਇੱਥੋਂ ਤੱਕ ਗੁਰਦੇਵ ਨੇ ਬੰਦੇ ਦੀ ਵਿਗੜੀ ਹੋਈ ਸੁਰਤ ਨੂੰ, ਬੰਦੇ ਦੀ ਵਿਗੜੀ ਹੋਈ ਸੁਰਤ ਨੂੰ ਫਾਹੀ ਦੇ ਨਾਲ ਤੁਲਨਾ ਦਿੱਤੀ ਹੈ। ਗੁਰਦੇਵ ਨੇ ਇਹ ਨਹੀਂ ਆਖਿਆ ਕਿ ਬੰਦਾ ਵਿਗੜਿਆ ਹੈ, ਗੁਰਦੇਵ ਨੇ ਆਖਿਆ ਬੰਦੇ ਦੀ ਸੁਰਤ ਵਿਗੜੀ ਹੈ। ਤੇ ਕਿਹਦੇ ਵਰਗੀ ਹੈ? ਫਾਹੀ ਦੇ ਵਰਗੀ। ਫਾਹੀ ਇੱਕ ਯੰਤਰ ਸੀਗਾ ਜਿਹੜਾ ਅੱਜ ਵੇਖਣ 'ਚ ਨਹੀਂ ਮਿਲਦਾ, ਪਰ ਪਹਿਲਾਂ ਆਮ ਘਰਾਂ ਦੇ ਵਿੱਚ ਇਹ ਹੋਇਆ ਕਰਦਾ ਸੀ। ਕਿਉਂਕਿ ਜੰਗਲੀ ਜਾਨਵਰ ਬਹੁਤ ਸਨ, ਜੰਗਲ ਆਲੇ ਦੁਆਲੇ ਬੜਾ ਸੀ, ਉਹ ਫਸਲ ਦੀ ਤਬਾਹੀ ਕਰਿਆ ਕਰਦੇ ਸਨ। ਕਿਸਾਨ ਉਸ ਫਾਹੀ ਨੂੰ ਆਪਣੇ ਖੇਤ ਦੇ ਬਾਹਰ ਮੁੱਖ ਰਸਤਿਆਂ ਤੇ ਲਾ ਦਿੰਦੇ ਸਨ। ਜਦੋਂ ਜਾਨਵਰ ਆਉਂਦੇ ਸਨ, ਉਹਨਾਂ ਦੇ ਪੈਰ ਉਹਦੇ ਵਿੱਚ ਫਸ ਜਾਂਦੇ ਸਨ। ਜਿਵੇਂ ਜਾਨਵਰ ਉਹਦੇ ਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਸੀਗਾ, ਉਹ ਫਾਹੀ ਓਨੀ ਜ਼ਿਆਦੀ ਟਾਈਟ, ਓਨੀ ਜ਼ਿਆਦੀ ਸੌੜੀ ਹੋਈ ਜਾਂਦੀ ਸੀ। ਗੁਰਦੇਵ ਕਹਿੰਦੇ ਬੰਦੇ ਦੀ ਸੁਰਤ ਦਾ ਹਾਲ ਕੁਝ ਐਸਾ ਹੈ, ਇਹ ਜਿਸ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ, ਉਹਦੇ ਵਿੱਚ ਹੋਰ ਡੁੱਬਿਆ ਜਾਂਦਾ ਹੈ।
ਤੋ ਗੁਰਦੇਵ ਨੇ ਬੰਦੇ ਦੀ ਸੁਰਤ ਦੇ ਵਿਗਾੜ ਦੀ ਗੱਲ ਬਾਣੀ 'ਚ ਕੀਤੀ। ਕਹਿੰਦੇ ਫਾਹੀ ਸੁਰਤ ਮਲੂਕੀ ਵੇਸ, ਹਉ ਠਗਵਾੜਾ ਠੱਗੀ ਦੇਸ, ਖਰਾ ਸਿਆਣਾ ਬਹੁਤਾ ਭਾਰ, ਧਾਨਕ ਰੂਪ ਰਹਾ ਕਰਤਾਰ। ਸ਼ਿਕਾਰੀ ਬੰਦਾ ਬਾਦਾਂ 'ਚ ਬਣਦਾ। ਧਾਨਕ ਦਾ ਮਤਲਬ ਹੈ ਸ਼ਿਕਾਰੀ। ਕਹਿੰਦੇ ਬੰਦਾ ਸ਼ਿਕਾਰੀ ਬਾਦਾਂ 'ਚ ਬਣਦਾ ਹੈ, ਸਭ ਤੋਂ ਪਹਿਲਾਂ ਉਹਦੀ ਸੁਰਤ ਕੀ ਬਣਦੀ ਹੈ? ਫਾਹੀ ਬਣਦੀ ਹੈ। ਉਹਦੀ ਸੁਰਤ 'ਚ ਇਹ ਚੀਜ਼ ਪੈਦਾ ਹੁੰਦੀ ਹੈ ਸਭ ਤੋਂ ਪਹਿਲਾਂ ਕਿ ਮੈਂ ਆ ਜਿਹੜੀ ਚੀਜ਼ ਹੈ ਇਸ ਨੂੰ ਫਸਾਉਣਾ ਹੈ। ਉਹਦੀ ਸ਼ਿਕਾਰੀ ਬਣਨ ਦੀ, ਉਹਦੇ ਨੁਕਸਾਨ ਕਰਨ ਦੀ ਪ੍ਰਵਿਰਤੀ ਜਿਹੜੀ ਹੈ ਸੁਰਤ ਤੋਂ ਸ਼ੁਰੂ ਹੁੰਦੀ ਹੈ। ਸੋ ਫਿਰ ਬੇਨਤੀ ਨੂੰ ਸਮਝੋ, ਇਹ ਬਚਨ ਬੜਾ ਕੀਮਤੀ ਹੈ, ਵਾਰ-ਵਾਰ ਅਸੀਂ ਪੜ੍ਹਦੇ ਹਾਂ। ਇਹਨੂੰ ਸਰੀਰ ਨਾਲ ਜੋੜ ਕੇ ਨਾ ਲਿਓ ਕਿ ਅਸੀਂ ਸੋਚੀ ਅਸੀਂ ਘਰ ਤੋਂ ਆਏ ਹਾਂ ਤੇ ਚੱਲ ਕੇ ਆਏ ਹਾਂ ਤੇ ਹਉ ਆਇਆ ਦੂਰੋਂ ਚੱਲ ਕੇ। ਨਹੀਂ, ਬਾਹਰ ਦੀ ਦੂਰੀ ਕੋਈ ਦੂਰੀ ਨਹੀਂ ਹੈ। ਅਸਲ 'ਚ ਦੂਰੀ ਹੈ ਸੁਰਤ ਦੀ ਤੇ ਸ਼ਬਦ ਦੀ। ਹੋ ਸਕਦਾ ਆਪਾਂ ਸਾਰੇ ਇੱਥੇ ਬੈਠੇ ਹੋਈਏ ਗੁਰੂ ਦੇ ਬਹੁਤ ਨੇੜੇ ਹਾਂ, ਪਰ ਹੋ ਸਕਦਾ ਸੁਰਤ ਕਰਕੇ ਅਸੀਂ ਬਹੁਤ ਦੂਰ ਹੋਈਏ, ਕਿਉਂਕਿ ਸੁਰਤ ਦਾ ਤੇ ਸ਼ਬਦ ਦਾ ਮਿਲਾਪ ਬੜਾ ਕਠਿਨ ਤੇ ਬੜਾ ਔਖਾ ਹੈ। ਬਾਣੀ ਨੇ ਇਸ ਨੂੰ ਸਭ ਤੋਂ ਔਖਾ ਕਰਮ ਆਖਿਆ। ਬਚਨ ਆਉਂਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ, ਕਹਿੰਦੇ ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਇਹ ਹੈ ਪਾਣੀ ਨੂੰ ਪਾਣੀ 'ਚ ਮਿਲਾਉਣ ਵਾਲੀ ਪ੍ਰਕਿਰਿਆ, ਕਿ ਗੁਰੂ ਵੀ ਸ਼ਬਦਵਤ ਹੈ ਤੇ ਸਾਡੀ ਸੁਰਤ ਵੀ ਸ਼ਬਦਵਤ ਹੈ। ਸੁਰਤ ਵੈਸੇ ਜੇ ਤੁਸੀਂ ਉਹਦਾ ਕਹੋ ਕਿ ਉਹਦਾ ਕੋਈ ਨਕਸ਼ਾ ਬਣਾ ਦਈਏ ਆਪਾਂ, ਤੁਸੀਂ ਮੈਨੂੰ ਕਹੋ ਕਿ ਭਾਈ ਸਾਹਿਬ ਸੁਰਤ ਕਿਵੇਂ ਦੀ ਹੁੰਦੀ, ਉਹਦਾ ਕੋਈ ਨਕਸ਼ਾ। ਸੁਰਤ ਸ਼ਬਦਵਤ ਹੈ ਤੇ ਗੁਰੂ ਵੀ ਸ਼ਬਦਵਤ ਹੈ। ਸੁਰਤ ਗਿਆਨਵਤ ਹੈ ਤੇ ਗੁਰੂ ਵੀ ਗਿਆਨਵਤ ਹੈ। ਦੋਵਾਂ ਦਾ ਮਿਲਾਪ ਉਵੇਂ ਹੈ ਜਿਵੇਂ ਤੇਲ ਨੂੰ ਪਾਣੀ 'ਚ ਮਿਲਾਇਆ ਨਹੀਂ ਜਾ ਸਕਦਾ, ਦੋਵਾਂ ਦੇ ਤੱਤ ਅਲੱਗ ਨੇ, ਪਰ ਪਾਣੀ ਨੂੰ ਪਾਣੀ 'ਚ ਮਿਲਾ ਦਿਓ ਮਿਲ ਜਾਂਦਾ ਹੈ। ਇਵੇਂ ਕਹਿੰਦੇ ਗੁਰਦੇਵ, ਕਹਿੰਦੇ ਦੋਵੇਂ ਚੀਜ਼ਾਂ ਆਪਸ 'ਚ ਮਿਲ ਜਾਂਦੀਆਂ ਨੇ, ਪਰ ਕਦੋਂ? ਜਦੋਂ ਬੰਦਾ ਕਠਿਨ ਇਸ ਪ੍ਰਕਿਰਿਆ ਵਿੱਚੋਂ ਨਿਕਲਦਾ ਹੈ। ਇਸੇ ਨੂੰ ਇੱਥੇ ਆਖਿਆ ਗਿਆ, ਹਉ ਆਇਆ ਦੂਰੋਂ ਚੱਲ ਕੇ। ਮੈਂ ਬੜੀ ਦੂਰ ਤੋਂ ਚੱਲ ਕੇ ਆ, ਭਾਵ ਸੁਰਤ ਦਾ ਇੱਕ ਲੰਮਾ ਸਫ਼ਰ ਤੈਅ ਕਰਕੇ ਆਇਆ। ਉਸ ਰਸਤੇ 'ਚ ਬੜੀਆਂ ਚੀਜ਼ਾਂ ਆਈਆਂ ਸਨ। ਕਿਤੇ ਪਾਖੰਡੀ ਗੁਰੂ ਆਏ, ਕਿਤੇ ਦੁਨੀਆ ਦੇ ਕਰਮ ਕਾਂਡ ਆਏ, ਕਿਤੇ ਦੁਨੀਆ ਦਾ ਹੋਰ ਲੋਕਾਚਾਰ ਆਇਆ, ਕਿਤੇ ਦੁਨੀਆ ਦੀਆਂ ਹੋਰ ਐਸ਼ ਪ੍ਰਸਤੀਆਂ ਆਈਆਂ। ਸਾਰੀਆਂ ਚੀਜ਼ਾਂ ਨੂੰ ਲੰਘ ਕੇ ਫਿਰ ਮੈਂ ਆਪਣੀ ਸੁਰਤ ਨੂੰ ਬੜੀ ਮੁਸ਼ਕਲ ਦੇ ਨਾਲ ਬਚਾ ਕੇ ਹੇ ਗੁਰਸਿੱਖ ਤੇਰੇ ਕੋਲ ਲੈ ਕੇ ਆਇਆ। ਇਸੇ ਕਰਕੇ ਇਹ ਰਸਤਾ ਬੜਾ ਲੰਬਾ ਹੀ, ਤੇ ਧਿਆਨ ਰੱਖੀ ਹੁਣ ਜੇ ਆ ਗਿਆ ਮੈਂ ਤੇ ਮੇਰੀ ਸੁਰਤ ਨੂੰ ਸਹੀ ਪਾਸੇ ਜੋੜ ਦਈ। ਕਿਤੇ ਇਹ ਨਾ ਹੋਵੇ ਕਿ ਫਿਰ ਇਹਨੂੰ ਉਸ ਪਾਸੇ ਜੋੜ ਦਏ ਜਿੱਥੇ ਸਾਰੀ ਜ਼ਿੰਦਗੀ ਮੇਰੀ ਫਿਰ ਉਹਨਾਂ ਦਾ ਪਾਣੀ ਭਰਦਿਆਂ ਹੀ ਲੰਘ ਜਾਏ। ਤੁਸੀਂ ਵੇਖੋ ਬਾਬਾ ਬੰਦਾ ਸਿੰਘ ਬਹਾਦਰ, ਉਹਦੀ ਸੁਰਤ ਨੂੰ ਕਿੰਨਾ ਕੁ ਡੁੰਬਿਆ ਹੋਏਗਾ। ਮੈਂ ਵਾਰ-ਵਾਰ ਉਹਦਾ ਜ਼ਿਕਰ ਇਸ ਕਰਕੇ ਕਰਦਾ ਕਿ ਉਹ ਸਾਡੇ ਇਤਿਹਾਸ ਦਾ ਉਹ ਪਾਤਰ ਹੈ ਜਿਸ ਨੇ 3 ਗੁਰੂ ਹੰਡਾਏ ਨੇ। ਉਹਦੇ ਸੁਰਤ ਨੂੰ ਕਿੰਨਾ ਕੁ ਡੁੰਬਿਆ ਹੋਏਗਾ ਉਸ ਸ਼ਿਕਾਰ ਨੇ ਕਿ ਉਹ ਸਾਰਾ ਕੁਝ ਛੱਡ ਛਡਾ ਕੇ ਪਹਿਲਾਂ ਇੱਕ ਗੁਰੂ ਕੋਲ ਗਿਆ, ਨਹੀਂ ਗੱਲ ਬਣੀ, ਫਿਰ ਦੂਜੇ ਕੋਲ ਗਿਆ, ਨਹੀਂ ਗੱਲ ਬਣੀ, ਤੀਜੇ ਕੋਲ ਗਿਆ, ਨਹੀਂ ਗੱਲ ਬਣੀ, ਚੌਥੇ ਕੋਲ ਗਿਆ ਨਹੀਂ, ਚੌਥੇ ਕੋਲੋਂ ਗਿਆ ਨਹੀਂ, ਚੌਥਾ ਆਪ ਉਹਦੇ ਕੋਲ ਗਿਆ ਹੈ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਪ ਚੱਲ ਕੇ ਨਹੀਂ ਆਇਆ। ਤੁਸੀਂ ਇਤਿਹਾਸ ਨੂੰ ਪੜ੍ਹ ਕੇ ਵੇਖੋ, ਗੁਰੂ ਗੋਬਿੰਦ ਸਿੰਘ ਆਪ ਉਹਦੇ ਕੋਲ ਚੱਲ ਕੇ ਗਏ ਨੇ। ਇਹਦਾ ਮਤਲਬ ਹੈ ਕੋਈ ਖਾਸ ਚੀਜ਼ ਗੁਰੂ ਸਾਹਿਬ ਨੂੰ ਉਹਦੇ ਬਾਰੇ ਪਤਾ ਹੋਏਗੀ। ਗੁਰੂ ਸਾਹਿਬ ਨੂੰ ਕੀ ਪਤਾ ਹੈ? ਗੁਰੂ ਸਾਹਿਬ ਨੂੰ ਉਹਦੇ ਬਾਰੇ ਇਹ ਪਤਾ ਹੈ ਕਿ ਇਹ ਬੰਦਾ ਸਹੀ ਰਸਤੇ ਤੇ ਚੱਲਣ ਲਈ ਤਿਆਰ ਹੈ, ਪਰ ਇਸ ਨੂੰ ਕੋਈ ਸਹੀ ਰਸਤਾ ਦੱਸਣ ਵਾਲਾ ਨਹੀਂ ਮਿਲਿਆ ਹੈ। ਮਸਲਾ ਕੇਵਲ ਹੈ ਪਹਿਲੇ ਕੋਲੋਂ ਆਪ ਗਿਆ, ਦੂਜੇ ਕੋਲੋਂ ਆਪ ਗਿਆ, ਤੀਜੇ ਕੋਲੋਂ ਆਪ ਗਿਆ, ਚੌਥੇ ਕੋਲੋਂ ਆਪ ਨਹੀਂ ਗਿਆ, ਚੌਥਾ ਆਪ ਉਹਦੇ ਕੋਲ ਗਿਆ। ਕਿਉਂ? ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਸ ਗੱਲ ਦੀ ਛੋਹ ਹੈ ਕਿ ਇਹ ਬੰਦਾ ਸਹੀ ਰਸਤੇ ਤੇ ਚੱਲਣ ਵਾਲਾ ਹੈ। ਤੁਸੀਂ ਦੇਖੋ ਗੁਰੂ ਨੇ ਜਦੋਂ ਉਸ ਨੂੰ ਸਹੀ ਰਸਤੇ ਤੇ ਚਲਾਇਆ ਤੇ ਉਹ ਦੁਨੀਆ ਦੇ ਵਿੱਚ ਉਹ ਮਿਸਾਲ ਕਾਇਮ ਕਰ ਗਿਆ ਜਿਸ ਮਿਸਾਲ ਨੂੰ ਦੁਨੀਆ ਦੇ ਵੱਡੇ ਵੱਡੇ ਜਰਨੈਲ ਕਾਇਮ ਨਹੀਂ ਕਰ ਸਕੇ। 1000 ਸਾਲ ਦੇ ਜੇਤੂ ਬੰਦਿਆਂ ਨੂੰ 1000 ਸਾਲ ਦੇ ਜੇਤੂ ਬੰਦਿਆਂ ਨੂੰ 726 ਦੇ ਵਿੱਚ ਮੁਗਲਾਂ ਨੇ ਪਹਿਲੀ ਵਾਰ ਇੱਥੇ ਆਪਣਾ ਕਾਬਜ ਕੀਤਾ ਸੀ। ਇੱਥੋਂ ਦੇ ਉਹ ਮਾਲਕ ਬਣ ਗਏ ਸਨ, ਪਰ ਉਹ ਮਾਲਕ ਜਿਹੜੇ ਪਰਦੇ ਦੇ ਪਿੱਛੇ ਵਾਲੇ ਸਨ। ਅਤੇ ਬਾਅਦਾਂ ਜਦੋਂ ਬਾਬਰ ਆਇਆ ਤੇ ਉਦੋਂ ਉਹ ਮਾਲਕ ਬਣ ਗਏ ਜਿਹੜੇ ਪਰਦੇ ਦੇ ਅੱਗੇ ਵਾਲੇ ਮਾਲਕ ਸਨ।
ਪਰ ਇੱਥੋਂ ਦੀ ਸਲਤਨਤ ਨੂੰ ਚਲਾ ਹੋ ਰਹੇ ਸਨ। 1000 ਸਾਲ ਦੀ ਸਲਤਨਤ ਨੂੰ ਉਸ ਬੰਦੇ ਨੇ ਚੰਦ ਦਿਨਾਂ ਦੇ ਵਿੱਚ ਇਉਂ ਬਖੇਰ ਦਿੱਤਾ ਜਿਵੇਂ ਤਾਸ਼ ਦੇ ਪੱਥੇ ਬਖੇਰ ਦਿੱਤੇ ਜਾਂਦੇ ਹਨ। ਇਹਦਾ ਮਤਲਬ ਗੁਰੂ ਵਿੱਚ ਕੋਈ ਖਾਸ ਗੱਲ ਹੈ, ਇਹਦਾ ਮਤਲਬ ਕੋਈ ਖਾਸ ਗੱਲ ਹੈ। ਮੈਂ ਇੱਕ ਗੱਲ ਦਾ ਹੋਰ ਜ਼ਿਕਰ ਕਰਿਆ ਕਰਦਾ ਕਿ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਧਰਤੀ ਤੇ ਕੋਈ ਨਹੀਂ ਜਾਣਦਾ, ਉਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਕਿ ਇਹ ਕੌਣ ਬੰਦਾ ਹੈ, ਕਿਉਂਕਿ ਨਾ ਉਹ ਪੰਜਾਬ ਦਾ, ਇਸ ਇਲਾਕੇ ਦਾ ਜਿੱਥੇ ਘੁੱਗ ਵਸਦੀ ਸਿੱਖੀ ਹੈ, ਇਸ ਇਲਾਕੇ ਦਾ ਜੰਮਪਲ ਹੈ, ਉਹ ਜੰਮੂ ਦੀਆਂ ਪਹਾੜੀਆਂ ਦਾ, ਰਜੌਰੀ ਦਾ ਜੰਮਪਲ ਹੈ। ਪਰ ਫਿਰ ਵੀ ਸਾਡੇ ਲੋਕਾਂ ਨੇ ਕਿੰਨਾ ਯਕੀਨ ਕੀਤਾ। ਜਿਹੜੇ ਪਹਿਲਾਂ ਇੱਥੇ ਗੁਰੂ ਸਾਹਿਬ ਦੇ ਥਾਪੇ ਹੋਏ ਜਰਨੈਲ, ਗੁਰੂ ਸਾਹਿਬ ਦੇ ਥਾਪੇ ਹੋਏ ਫੌਜੀ ਸਨ, ਸਾਰਿਆਂ ਨੇ ਉਹਦੀ ਅਧੀਨਗੀ ਕਬੂਲ ਕੀਤੀ। ਇਸ ਖੇਡ ਨੂੰ ਸਾਨੂੰ ਸਮਝਣ ਦੀ ਲੋੜ ਹੈ। ਸੋ ਮੈਂ ਜਿਸ ਬੇਨਤੀ ਨੂੰ ਤੁਹਾਡੇ ਸਾਹਮਣੇ ਰੱਖ ਰਿਹਾ ਸਾਂ, ਸਰੀਰ ਦੀ ਦੂਰੀ ਨੂੰ ਨਾ ਸਮਝੋ। ਇਹ ਦੂਰੀ ਸੁਰਤ ਦੀ ਤੇ ਸ਼ਬਦ ਦੀ ਹੈ। ਹੋ ਸਕਦਾ ਸਰੀਰ ਕਰਕੇ ਅਸੀਂ ਗੁਰੂ ਦੇ ਬੜੇ ਨੇੜੇ ਹੋਈਏ, ਸੁਰਤ ਕਰਕੇ ਸਾਡੀ ਜਿਹੜੀ ਹੈ ਸੁਰਤ ਬਹੁਤ ਦੂਰ ਹੋਏ। ਇਸੇ ਨੂੰ ਗੁਰਦੇਵ ਕਹਿੰਦੇ ਨੇ, ਹਉ ਆਇਆ ਦੂਰੋਂ ਚੱਲ ਕੇ। ਇੱਕ ਗੁਰਸਿੱਖ ਕਹਿੰਦਾ ਹੈ ਦੂਜੇ ਗੁਰਸਿੱਖ ਨੂੰ ਕਿ ਭਾਈ ਮੈਂ ਬੜੀ ਦੂਰੋਂ ਚੱਲ ਕੇ ਆਇਆ, ਬੜੀ ਮੁਸ਼ਕਲ ਨਾਲ ਇਹ ਸੁਰਤ ਨੂੰ ਬਚਾ ਕੇ ਲਿਆਇਆ ਤੇਰੇ ਤੱਕ। ਮੈਨੂੰ ਪਤਾ ਲੱਗਾ ਕਿ ਤੂੰ ਚੰਗਾ ਗੁਰਸਿੱਖ ਹੈ, ਇਸੇ ਕਰਕੇ ਮੇਰੀ ਸੁਰਤ ਵਿੱਚ ਉਹ ਉਪਦੇਸ਼ ਪਾਈ ਜਾਂ ਮੇਰੀ ਸੁਰਤ ਨੂੰ ਉਹਦੇ ਨਾਲ ਜੋੜੀ ਜਿੱਥੇ ਦੁਬਾਰਾ ਫਿਰ ਮੈਨੂੰ ਸੁਰਤ ਨੂੰ ਤੋੜ ਕੇ ਕਿਸੇ ਹੋਰ ਦੇ ਨਾਲ ਜੋੜਨਾ ਨਾ ਪਏ, ਕਿਸੇ ਹੋਰ ਦੇ ਦਰ ਤੇ ਜਾਣਾ ਨਾ ਪਏ। ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣ ਆਏ ਜਿਉ। ਮੈਂ ਤੇਰੀ ਸਰਣ ਤੱਕ ਲਈ ਹੈ, ਮੈਂ ਆਸਾ ਰੱਖੀ ਚਿਤ ਮੈਂ ਆਸ ਰੱਖੀ ਹੈ ਕਿ ਹੇ ਗੁਰਸਿੱਖ ਤੂੰ ਮੇਰਾ ਭਲਾ ਕਰੇਗਾ, ਤੂੰ ਮੈਨੂੰ ਚੰਗੇ ਰਸਤੇ ਦੇ ਲਾਏਗਾ। ਇੱਥੋਂ ਹੀ ਫਿਰ ਇਸ ਗੱਲ ਦੀ ਸਮਝ ਸਾਨੂੰ ਪਈ, ਜਿਹੜਾ ਇਹ ਅਖਾਣ ਬਣਿਆ ਸੀ, ਸਿੱਖ ਨੂੰ ਸਿੱਖ ਨਾ ਮਾਰੇ, ਸਿੱਖ ਕਦੇ ਨਾ ਹਾਰੇ। ਇਹਦਾ ਮਤਲਬ ਸਾਡੇ ਲੋਕ ਜੋ ਗੁਰੂ ਤੋਂ ਟੁੱਟ ਕੇ ਕਿਤੇ ਹੋਰ ਦਰ ਤੇ ਜੁੜੇ ਨੇ, ਪੁੱਛਿਆ ਤੇ ਉਹਨਾਂ ਨੇ ਕਿਸੇ ਸਿੱਖ ਕੋਲ ਹੀ ਹੋਏਗਾ ਨਾ। ਇੱਕ ਨੇ ਗਲਤ ਰਸਤਾ ਅਪਣਾਇਆ, ਉਹਦੇ ਵੱਲ ਦੇਖ ਕੇ ਦੂਜਾ ਵੀ ਉਧਰ ਤੁਰਿਆ ਗਿਆ, ਤੀਜਾ ਵੀ ਉਧਰ ਤੁਰਿਆ ਗਿਆ, ਕਿਉਂਕਿ ਸਿੱਖੀ ਸਿੱਖ ਤੋਂ ਹੀ ਗਾਂ ਪੜਾ ਦਰ ਪੜਾ ਵਧੀ ਹੈ। ਜੇ ਤੁਸੀਂ ਸਮਝੋਗੇ ਕਿ ਇੱਕ ਸਿੱਖ ਨੇ ਦੂਜੇ ਸਿੱਖ ਨੂੰ ਪੜਾ ਦਰ ਪੜਾ ਜੋੜਿਆ ਹੈ, ਜੇ ਇਤਿਹਾਸ ਵਿੱਚ ਵੀ ਦੇਖੀਏ ਤੇ ਇਸ ਗੱਲ ਨੂੰ ਸਾਨੂੰ ਸਮਝਣਾ ਪਏਗਾ। ਇਸੇ ਕਰਕੇ ਸਤਿਗੁਰੂ ਜੀ ਪਵਿੱਤਰ ਬਾਣੀ ਵਿੱਚ ਇਹ ਗੱਲ ਸਾਨੂੰ ਸਮਝਾਉਂਦੇ। ਮੰਨ ਲਓ ਮੈਂ ਗਲਤੀ ਕਰਦਾ ਹਾਂ, ਮੇਰੇ ਮਗਰ ਚੱਲਣ ਵਾਲਾ ਹੋ ਸਕਦਾ ਉਹ ਮੇਰਾ ਇਕੱਲਾ ਪਰਿਵਾਰ ਹੀ ਹੋਵੇ, ਉਹ ਵੀ ਉਸ ਗਲਤੀ ਨੂੰ ਕਬੂਲ ਕਰੇਗਾ। ਹੋ ਸਕਦਾ ਮੇਰੇ ਅੰਦਰ ਸਮਾਜ 'ਚੋਂ ਕੁਝ ਬੰਦੇ ਚੱਲਦੇ ਹੋਣ, ਉਹ ਵੀ ਗਲਤੀ ਕਰਨਗੇ। ਇਸ ਕਰਕੇ ਸਤਿਗੁਰੂ ਜੀ ਹਰ ਇੱਕ ਸਿੱਖ ਨੂੰ ਇਹ ਚੇਤਨ ਕਰਦੇ ਨੇ, ਸਿੱਖਾ ਚੇਤਨ ਹੋ, ਸਾਵਧਾਨ ਹੋ। ਤੋ ਸਮਝੀਏ, ਗੁਰਦੇਵ ਕਹਿੰਦੇ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ। ਮੇਰੇ ਉਸ ਦੁੱਖ ਨੂੰ, ਮੇਰੀ ਉਸ ਤਕਲੀਫ ਨੂੰ ਤੂੰ ਕੀਆ ਗਵਾ ਨਹੀਂ, ਖਤਮ ਕਰ ਦੀ। ਹੁਣ ਅੱਗੇ ਗੁਰਸਿੱਖ ਨੂੰ ਕੀ ਕਹਿੰਦਾ ਹੈ, ਮੈਂ ਫੇਰ ਬੇਨਤੀ ਕਰਾਂ, ਦੋ ਗੁਰਸਿੱਖਾਂ ਦੀ ਆਪਸ 'ਚ ਗੱਲਬਾਤ ਹੈ। ਇੱਕ ਨੇ ਹੁਣ ਆਪਣੀ ਸਾਰੀ ਪੀੜਾ ਦੱਸ ਦਿੱਤੀ ਹੈ ਕਿ ਭਾਈ ਮੇਰਾ ਹਾਲ ਆ ਹੀ। ਹੁਣ ਦੂਜਾ ਉਹਨੂੰ ਜਵਾਬ ਦੇਣ ਲੱਗਾ। ਜਵਾਬ ਕੀ ਦਿੰਦਾ? ਕਹਿੰਦੇ ਇਤ ਮਾਰਗ ਚੱਲੇ ਭਾਈੜੇ। ਭਾਈੜਾ ਦਾ ਮਤਲਬ ਭਰਾਵਾ ਆ ਫਿਰ ਐਸ ਮਾਰਗ ਤੇ ਚੱਲ। ਇੱਕ ਨੇ ਤੇ ਆਪਣਾ ਸਾਰਾ ਕੁਝ ਦੱਸ ਦਿੱਤਾ, ਹੁਣ ਦੂਜਾ ਉਹਨੂੰ ਜਵਾਬ ਦੇਣ ਲੱਗਾ, ਕਹਿਣ ਲੱਗਾ ਇਸ ਰਸਤੇ ਤੇ ਚੱਲ। ਕਿਹੜੇ ਤੇ? ਗੁਰ ਕਹਿ ਸੋ ਕਾਰ ਕਮਾਏ ਜਿਉ। ਬਸ ਰਸਤਾ ਆਈ, ਜੋ ਗੁਰੂ ਕਹਿੰਦਾ ਉਹਨੂੰ ਕਮਾਉਂਦਾ ਜਾ। ਫਿਰ ਲਫ਼ਜ਼ਾਂ ਵੱਲ ਧਿਆਨ ਦਿਓ, ਗੁਰ ਕਹਿ ਸੋ ਕਾਰ ਕਮਾਏ ਜਿਉ। ਹੋਰ ਕੁਛ ਨਹੀਂ ਕਰਨਾ। ਨਾ ਤੈਨੂੰ ਮੈਂ ਕਹਿਣਾ ਕਿ ਤੂੰ ਕੋਈ ਪੂਜਾ ਕਰ, ਨਾ ਤੈਨੂੰ ਮੈਂ ਕਹਿਣਾ ਫਲਾਣੇ ਥਾਂ ਤੇ ਜਾ, ਨਾ ਆ ਜਾਂ ਸਮੱਗਰੀ ਲਿਆ ਜਾਂ ਆ ਸਮੱਗਰੀ ਨਾ ਲਿਆ। ਜਿਵੇਂ ਸਾਡੇ 'ਚ ਇਹ ਪਰੰਪਰਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਕਿ ਮੰਨ ਲਓ ਕਿਸੇ ਨੇ ਖੰਡ ਪਾਠ ਵੀ ਕਰਾਉਣਾ ਤੇ ਪਹਿਲਾਂ ਉਹਦੀ ਸਮੱਗਰੀ ਲਿਖਾਈ ਜਾਂਦੀ ਰਹੀ। ਇਹ ਸਾਰੀਆਂ ਚੀਜ਼ਾਂ ਕਿੱਥੋਂ ਆਈਆਂ? ਹਾਲਾਂਕਿ ਗੁਰੂ ਦੇ ਉਪਦੇਸ਼ 'ਚ ਇਸ ਤਰ੍ਹਾਂ ਦਾ ਕਿਤੇ ਕੋਈ ਜ਼ਿਕਰ ਨਹੀਂ। ਤੁਸੀਂ ਆਪ ਸਾਡੇ ਸਮਾਜ 'ਚ ਦੇਖ ਰਹੇ ਹੋ। ਅਸੀਂ ਗੁਰੂ ਨੂੰ ਆਪਣੇ ਘਰ ਲੈ ਕੇ ਜਾਣਾ ਹੈ, ਉਹਦੇ ਵਾਸਤੇ ਕਿਹੜੀ ਸਮੱਗਰੀ ਦੀ ਲੋੜ ਹੈ, ਕਿਸ ਸਮਾਨ ਦੀ ਲੋੜ ਹੈ? ਗੁਰੂ ਨੇ ਕਿਸੇ ਸਮੱਗਰੀ ਦੀ ਮੰਗ ਨਹੀਂ ਕੀਤੀ। ਗੁਰੂ ਨੇ ਤਾਂ ਕੇਵਲ ਇੱਕ ਮੰਗ ਕੀਤੀ ਹੈ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਸਤਿਗੁਰ ਤਾਹੇ ਨਿਦਾਨ ਦਾਨ ਦੇਤਾ।
ਸੋ ਸਮਝਣਾ ਪਏਗਾ ਸਾਨੂੰ ਕਿ ਸਾਡੀ ਬਾਣੀ ਕੀ ਕਹਿ ਰਹੀ। ਸੋ ਗੁਰਸਿੱਖ ਨੂੰ ਜਵਾਬ ਦੇ ਰਿਹਾ ਹੈ, ਕਹਿ ਰਿਹਾ ਹੈ, ਇਤ ਮਾਰਗ ਚੱਲੇ ਪਾਈੜੇ, ਗੁਰ ਕਹੈ ਸੋ ਕਾਰ ਕਮਾਏ ਜਿਉ। ਜੋ ਗੁਰੂ ਕਹਿੰਦਾ ਉਹਨੂੰ ਕਮਾਉਂਦਾ ਜਾ। ਅਗਲੀ ਗੱਲ, ਤਿਆਗੇ ਮਨ ਕੀ ਮਤੜੀ, ਆਪਣੇ ਮਨ ਦੀ ਮਤ ਨੂੰ ਤਿਆਗ ਦੇ। ਆਪਣੀ ਜਿਹੜੀ ਤੇਰੀ ਆਪਣੀ ਮਤ ਹੈ ਉਹਨੂੰ ਛੱਡ ਦੇ, ਤੇ ਜਿਹੜੀ ਗੁਰੂ ਦੀ ਮਤ ਹੈ ਉਹਨੂੰ ਗ੍ਰਹਿਣ ਕਰ ਲਾ, ਹੋਰ ਕੁਝ ਕਰਨ ਦੀ ਲੋੜ ਨਹੀਂ ਹੈ। ਦੇਖੋ ਇੱਥੇ ਆ ਕੇ ਸਾਰੀ ਗੱਲ ਹੀ ਖਤਮ ਹੋ ਜਾਂਦੀ, ਕੋਈ ਹੋਰ ਤੀਜੀ ਗੱਲ ਹੈ ਹੀ ਨਹੀਂ ਹੈ। ਤੀਜੀ ਗੱਲ ਗੁਰੂ ਨੇ ਕੀਤੀ ਨਹੀਂ ਹੈ। ਇੱਕ ਗੁਰਸਿੱਖ ਵੱਲੋਂ ਇੱਕ ਗੁਰਸਿੱਖ ਨੂੰ ਇਹੀ ਗੱਲ ਕਹੀ ਗਈ ਕਿ ਭਾਈ ਬਸ ਮੰਨ ਲਓ ਸਾਡੇ ਕੋਲ ਕੋਈ ਸਿੱਖੀ ਦਾ ਰਸਤਾ ਪੁੱਛੇ ਤਾਂ ਬਸ ਆਹ ਜਵਾਬ ਹੈ, ਆਹ ਸ਼ਬਦ ਸਮਝ ਲਓ ਜਵਾਬ। ਮੰਨ ਲਓ ਕਈ ਵਾਰ ਆਪਾਂ ਪਰਿਵਾਰਾਂ 'ਚ ਰਿਸ਼ਤੇਦਾਰਾਂ 'ਚ ਬਹਿੰਦੇ ਹਾਂ, ਸੱਜਣ ਸਾਨੂੰ ਪੁੱਛਦੇ ਨੇ ਕਿ ਭਾਈ ਹਾਂ ਗੁਰਸਿੱਖੀ ਦੀ ਗੱਲ ਕਿਵੇਂ ਹੈ, ਤਾਂ ਉਹਦੇ 'ਚ ਆਹੀ ਗੱਲ ਹੈ, ਬਸ ਹੋਰ ਕੋਈ ਗੱਲ ਨਹੀਂ ਭਾਈ, ਜੋ ਗੁਰੂ ਕਹਿੰਦਾ ਉਹਨੂੰ ਕਮਾਉਂਦਾ ਜਾ। ਪਰ ਉੱਥੇ ਦਿੱਕਤ ਜਿੱਥੇ ਸਭ ਤੋਂ ਵੱਡੀ ਇਹ ਆ ਜਾਂਦੀ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ, ਕਿ ਮੰਨ ਲਓ ਮੈਂ ਕਿਸੇ ਗੁਰੂ ਹੋਰ ਦੇ ਨਾਲ ਜੁੜਿਆ ਤੇ ਮੈਂ ਫਿਰ ਉਹਦਾ ਹੀ ਉਪਦੇਸ਼ ਉਹਨੂੰ ਦੇਵਾਂਗਾ ਨਾ, ਮੈਂ ਬਾਣੀ ਦਾ ਉਪਦੇਸ਼ ਤਾਂ ਨਹੀਂ ਨਾ ਦੇਵਾਂਗਾ। ਮੈਂ ਤਾਂ ਨਹੀਂ ਕਹਾਂਗਾ ਕਿ ਜੋ ਗੁਰੂ ਕਹਿੰਦਾ ਉਹਨੂੰ ਕਮਾ। ਹੋ ਸਕਦਾ ਮੈਨੂੰ ਹੀ ਨਾ ਪਤਾ ਹੋਵੇ ਤੇ ਮੈਂ ਉਹਨੂੰ ਕਿਵੇਂ ਦੱਸਾਂਗਾ। ਤੋ ਇਸ ਕਰਕੇ ਇਸ ਗੱਲ ਨੂੰ ਮੈਨੂੰ ਖੁਦ ਸਮਝਣਾ ਪਏਗਾ। ਮੈਂ ਕਿਸੇ ਨੂੰ ਦੱਸ ਰਿਹਾ, ਕਿਸੇ ਨੂੰ ਟੋਰ ਰਿਹਾ, ਉਸ ਤੋਂ ਪਹਿਲਾਂ ਮੈਨੂੰ ਪਤਾ ਹੋਣਾ ਚਾਹੀਦਾ ਕਿ ਇਹ ਗੁਰੂ ਦੀ ਗੱਲ ਹੈ ਵੀ ਹੈ ਜਾਂ ਨਹੀਂ ਹੈ। ਕਿਤੇ ਨਾ ਹੋਵੇ ਕਿ ਮੈਂ ਤੇ ਖੂਹ 'ਚ ਡੁੱਬਿਆ ਕਿਸੇ ਹੋਰ ਨੂੰ ਵੀ ਡੁੱਬ ਦੇਵਾਂ। ਤੋ ਇਸ ਕਰਕੇ ਗੁਰਦੇਵ ਕਹਿੰਦੇ ਨੇ, ਕਹਿੰਦੇ ਤਿਆਗੇ ਮਨ ਕੀ ਮਤੜੀ, ਆਪਣੇ ਮਨ ਦੀ ਮਤ ਨੂੰ ਤਿਆਗ ਦੇ, ਵਿਸਾਰੇ ਦੂਜਾ ਭਾਉ ਜੀਓ। ਭਾਉ ਦਾ ਮਤਲਬ ਪਿਆਰ ਹੁੰਦਾ ਹੈ, ਦੂਜਾ ਪਿਆਰ ਵਿਸਾਰ ਦੇ। ਸੋ ਹੋਰ ਕੀ ਜਵਾਬ ਦਿੱਤੇ ਨੇ, ਕੱਲ ਨੂੰ ਫੇਰ ਅਸੀਂ ਇਸ ਸ਼ਬਦ ਨੂੰ ਸਮਝਾਂਗੇ। ਮੈਂ ਸਮਝਦਾ ਹਾਂ ਇਹ ਬਹੁਤ ਹੀ ਕਮਾਲ ਦਾ, ਬਾਣੀ ਵੈਸੇ ਸਾਰੀ ਪਿਆਰੀ ਹੈ ਪਰ ਇਹ ਉਪਦੇਸ਼ ਹੈ, ਕਿਉਂਕਿ ਇਹ ਚੀਜ਼ਾਂ ਸਾਡੇ ਸਾਹਮਣੇ ਵੀ ਆਉਂਦੀਆਂ ਨੇ। ਕੋਈ ਸਾਨੂੰ ਪੁੱਛਦਾ ਸਿੱਖੀ ਬਾਰੇ, ਅਸੀਂ ਉਹਨੂੰ ਜਵਾਬ ਵੀ ਦਿੰਦੇ ਹਾਂ, ਪਰ ਅਸੀਂ ਉਹਨੂੰ ਆਪਣੇ ਤਰੀਕੇ ਨਾਲ ਜਵਾਬ ਦਿੰਦੇ ਹਾਂ। ਮੈਂ ਸਮਝਦਾ ਹਾਂ ਅਸੀਂ ਆਪਣਾ ਤਰੀਕਾ ਛੱਡ ਕੇ ਆਹ ਗੁਰੂ ਨੇ ਤਰੀਕਾ ਦੱਸਿਆ ਹੋਇਆ ਕਿ ਭਾਈ ਆਹ ਹੀ ਤਰੀਕਾ ਹੀ ਹੋ ਸਕਦਾ, ਮੇਰੇ ਤਰੀਕੇ 'ਚ ਕੋਈ ਨਾ ਕੋਈ ਕਮੀ ਹੋਏ, ਪਰ ਇਹ ਸ਼ਬਦ ਉਹੀ ਤਰੀਕਾ ਹੈ ਕਿ ਮੰਨ ਲਓ ਮੈਨੂੰ ਮੇਰੀ ਧੀ ਨੇ ਪੁੱਛਿਆ, ਮੇਰੇ ਪੁੱਤ ਨੇ ਪੁੱਛਿਆ, ਮੇਰੇ ਰਿਸ਼ਤੇਦਾਰ ਨੇ ਪੁੱਛਿਆ, ਮੇਰੀ ਘਰਵਾਲੀ ਨੇ ਪੁੱਛਿਆ ਕਿ ਸਿੱਖੀ ਕੀ ਹੈ, ਕਿਵੇਂ ਕਮਾਈ ਜਾ ਸਕਦੀ ਹੈ, ਤੇ ਆਹ ਹੈ। ਇਹਦੇ 'ਚ ਕੋਈ ਲੰਮੀ ਚੌੜੀ ਗੱਲ ਨਹੀਂ। ਗੁਰੂਦੇਵ ਨੇ ਜਿਹੜੀਆਂ ਗੱਲਾਂ ਕੀਤੀਆਂ ਬੜੀਆਂ ਸੌਖੀਆਂ ਨੇ। ਦੋ ਗੱਲਾਂ ਸਾਂਝੀਆਂ ਕਰਤੀਆਂ, ਬਾਕੀ ਅੱਗੇ ਕੱਲ੍ਹ ਦੇ ਦੀਵਾਨ 'ਚ ਸਾਂਝੀਆਂ ਕਰਾਂਗੇ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਹਰ ਨਾਰ ਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਆਜੇ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ।
ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ